ਇੱਕ ਬਹੁਤ ਹੀ ਅਮੀਰ ਸਮਾਂ ਰਿਹਾ ਜਿਹਦੇ ਵਿੱਚ ਅਸੀਂ ਪ੍ਰਾਰਥਨਾ ਬਾਰੇ ਗੱਲ ਕਰ ਰਹੇ ਸੀ ਕਿ ਕਿਵੇਂ ਪ੍ਰਾਰਥਨਾ ਕਰਨੀ। ਗੱਲ ਕਰ ਰਹੇ ਸੀ ਕਿ ਇਹਦਾ ਸਾਰ ਕੀ, ਇਹਦੀਆਂ ਰੁਕਾਵਟਾਂ ਕੀ ਨੇ, ਕਿਵੇਂ ਯੀਸ਼ੂ ਨੇ ਪ੍ਰਾਰਥਨਾ ਕਰਨੀ ਸਿਖਾਈ। ਅਤੇ ਮੈਂ ਡੇਵ ਇਸ ਦਾ ਅਖੀਰਲੇ ਹਿੱਸੇ 'ਚ ਸਮਾਪਤ ਕਰਨਾ ਚਾਹੁੰਦਾ ਕਿ ਮੈਂ ਗੱਲ ਕਰਨਾ ਚਾਹੁੰਦਾ ਕਿ ਬੇਦਾਰੀ 'ਚ ਪ੍ਰਾਰਥਨਾ ਦੀ ਕੀ ਭੂਮਿਕਾ ਹੈ। ਕਈ ਵਾਰੀ ਲੋਕ ਕਹਿੰਦੇ ਆ ਪ੍ਰਾਰਥਨਾ ਦਾ ਕੀ ਫਾਇਦਾ ਹੈ, ਕੀ ਕਰਦੀ। ਮੈਂ ਤੇ ਇੱਕ ਛੋਟਾ ਜਿਹਾ ਮੁੰਡਾ, ਪਰ ਇੱਕ ਛੋਟਾ ਜਿਹਾ ਮੁੰਡਾ ਵੱਡੇ ਸਾਰੇ ਪਰਮੇਸ਼ਰ ਨਾਲ ਵੱਡੇ ਵੱਡੇ ਕੰਮ ਹੁੰਦੇ ਵੇਖ ਸਕਦਾ ਏ। ਬੇਦਾਰੀ ਦੀ ਜਦੋਂ ਮੈਂ ਗੱਲ ਕਰਦਾ, ਬੇਦਾਰੀ ਦਾ ਮਤਲਬ ਹੈ ਜਦੋਂ ਪਰਮੇਸ਼ਰ ਆਣ ਕੇ ਆਪਣੇ ਲੋਕਾਂ ਨੂੰ ਮਿਲਦਾ ਏ, ਆਪਣੇ ਲੋਕਾਂ ਨੂੰ ਵਰਤਦਾ ਏ, ਜਿੱਥੇ ਉਹਦੀ ਮਹਿਮਾ ਪ੍ਰਦਰਸ਼ਿਤ ਹੁੰਦੀ ਏ। ਆਪਣੇ ਲੋਕਾਂ ਦੇ ਸਮਾਜ ਤੇ ਦੇਸ਼ਾਂ ਦੇ ਉੱਪਰ ਉਹਦੀ ਮਹਿਮਾ ਪ੍ਰਗਟ ਹੁੰਦੀ। ਕੀ ਭੂਮਿਕਾ ਇਤਿਹਾਸਿਕ ਬੇਦਾਰੀਆਂ ਹੋਈਆਂ ਨੇ, ਸਮਾਜਿਕ ਬੇਦਾਰੀਆਂ, ਰਾਸ਼ਟਰੀ ਬੇਦਾਰੀਆਂ ਹੋਈਆਂ ਨੇ। ਪ੍ਰਾਰਥਨਾ ਦੀ ਕੀ ਭੂਮਿਕਾ ਹੈ, ਪ੍ਰਾਰਥਨਾ ਕਿਵੇਂ ਬੇਦਾਰੀ ਦੇ ਨਾਲ ਸੰਬੰਧ ਬਣਾਉਂਦੀ ਹੈ। ਆਓ ਇਸ ਬਾਰੇ ਸੈਸ਼ਨ 'ਚ ਗੱਲ ਕਰਦੇ ਹਾਂ। ਤੁਸੀਂ ਜਾਣਦੇ ਹੋ ਮੈਂ ਬੇਦਾਰੀ ਦੀ ਪਰਿਭਾਸ਼ਾ ਦਿੰਦਾ ਕਿ ਕਿਵੇਂ ਪ੍ਰਭੂ ਚਰਚ ਦੇ ਵਿੱਚ ਆਉਂਦੇ ਨੇ। ਤਦ ਅਸੀਂ ਅਸਲ ਵਿੱਚ ਉਹਦੀ ਹਜ਼ੂਰੀ ਨੂੰ ਮਹਿਸੂਸ ਕਰਦੇ, ਪਰ ਜਿੱਦਾਂ ਅਸੀਂ ਪਹਿਲਾਂ ਉਸ 'ਤੇ ਵਿਸ਼ਵਾਸ ਕੀਤਾ, ਪਰ ਹੁਣ ਉਹ ਅਸਲ ਵਿੱਚ ਵਾਸਤਵਿਕ ਨੇ। ਇੱਕ ਗੱਲ ਜਿਹੜੀ ਮੈਂ ਸੋਚਦਾ, ਮੈਂ ਨਾ ਕਦੇ ਸੁਣੀ ਤੇ ਨਾ ਮੈਂ ਕਦੇ ਕਿਤੇ ਪੜ੍ਹੀ ਕਿ ਕਦੇ ਵੀ ਕਿਸੇ ਨੇ ਇਸ ਗੱਲ 'ਤੇ ਆਲੋਚਨਾ ਕੀਤੀ ਬੇਦਾਰੀ ਕਿ ਬਿਨਾਂ ਪ੍ਰਾਰਥਨਾ ਤੋਂ ਇਹ ਲਹਿਰ ਚੱਲੀ। ਪੁਰਾਣੇ ਨੇਮ ਦੇ ਵਿੱਚ ਪਿੱਛੇ ਮੁੜ ਕੇ ਵੇਖੀਏ ਕਿ ਉੱਥੇ 7 ਵੱਡੀਆਂ ਬੇਦਾਰੀਆਂ ਦੇ ਬਾਰੇ ਦੱਸਿਆ ਗਿਆ ਹੈ। ਹਰ ਇੱਕ ਦੀ ਸ਼ੁਰੂਆਤ ਪ੍ਰਾਰਥਨਾ ਦੇ ਦੁਆਰਾ ਹੋਈ। 2000 ਸਾਲ ਤੋਂ ਲੈ ਕੇ ਹੁਣ ਤੱਕ ਚਰਚ ਦੇ ਇਤਿਹਾਸ ਵਿੱਚ ਕੋਈ ਵੀ ਇਹੋ ਜਿਹੀ ਬੇਦਾਰੀ ਨਹੀਂ ਹੋਈ ਜਿਹੜੀ ਰੱਬ ਤੋਂ ਬਿਨਾਂ ਹੋਵੇ, ਕਿ ਉਸਨੇ ਆਪਣੇ ਲੋਕਾਂ ਨੂੰ ਪ੍ਰਾਰਥਨਾ ਦੇ ਲਈ ਉਕਸਾਇਆ। ਜਦੋਂ ਅਸੀਂ ਇਸ ਦੇ ਵੱਲ ਵੇਖਦੇ ਹਾਂ, ਮੈਂ ਨਹੀਂ ਸੋਚਦਾ ਕਿ ਇਹਦਾ ਇੱਕੋ ਕਾਰਨ ਹੈ, ਇਹਦੇ ਬਹੁਤ ਸਾਰੇ ਕਾਰਨ ਨੇ। ਤੁਸੀਂ ਵੇਖਦੇ ਹੋ ਪ੍ਰਾਰਥਨਾ ਦੀਨਤਾ ਦਾ ਇੱਕ ਕੰਮ ਹੈ। ਇਹ ਹੈ ਕਿ ਪ੍ਰਭੂ ਦੇ ਸਾਹਮਣੇ ਆ ਕੇ ਕਹਿਣਾ, ਪ੍ਰਭੂ ਮੈਂ ਕੋਸ਼ਿਸ਼ ਕੀਤੀ ਇਸ ਨੂੰ ਕਰਨ ਦੀ, ਪਰ ਅਸੀਂ ਫੇਲ ਹੋਏ। ਮੈਂ ਵੇਖਦਾ ਇਸ ਵੇਲੇ ਜੋ ਸੰਸਾਰ ਦੇ ਵਿੱਚ ਹੋ ਰਿਹਾ ਹੈ, ਤੇ ਮੈਂ ਕਹਿਣਾ ਪ੍ਰਭੂ ਕਿ ਸਾਡਾ ਸਭ ਤੋਂ ਉੱਤਮ ਫੇਲ ਹੋ ਗਿਆ ਹੈ। ਸਾਨੂੰ ਤੇਰੀ ਲੋੜ ਹੈ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਓ। ਅਗਰ ਤੁਸੀਂ ਉਹ ਕੀਤਾ ਜੋ ਤੁਸੀਂ ਕਰ ਸਕਦੇ ਹੋ। ਪ੍ਰਾਰਥਨਾ ਸਾਨੂੰ ਉਸ ਜਗ੍ਹਾ 'ਤੇ ਰੱਖਦੀ ਹੈ ਜਿੱਥੋਂ ਅਸੀਂ ਪ੍ਰਭੂ ਤੋਂ ਲੈਂਦੇ ਹਾਂ, ਅਤੇ ਇਹ ਜਗ੍ਹਾ ਹੈ ਦੀਨਤਾ ਦੀ। ਇਹ ਉੱਥੇ ਹੈ ਅਤੇ ਉਸ ਦੇ ਨਾਲ ਨਾਲ ਚੱਲਦੀ ਹੈ, ਇਹ ਹੈ ਤੌਬਾ। ਜਿਵੇਂ ਅਸੀਂ ਪਹਿਲਾਂ ਅੰਗੀਕਾਰ ਦੇ ਬਾਰੇ ਗੱਲ ਕੀਤੀ ਸੀ। ਅੰਗੀਕਾਰ ਅਤੇ ਤੌਬਾ ਬਾਈਬਲ ਦਾ ਪਦ ਜਿਹੜਾ ਅਸੀਂ ਹਮੇਸ਼ਾ ਇਸਤੇਮਾਲ ਜਿਹੜਾ ਪੁਰਾਣੇ ਨੇਮ ਵਿੱਚ ਹੈ, ਜਿਹੜਾ ਪੁਰਾਣੇ ਸਮੇਂ ਦੇ ਇਸਰਾਏਲੀਆਂ ਲੋਕਾਂ ਲਈ ਇਸਤੇਮਾਲ ਕੀਤਾ ਗਿਆ, ਪਰ ਜਿਹੜਾ ਸਿਧਾਂਤ ਪਰਮੇਸ਼ਵਰ ਦੇ ਕਿਸੇ ਵੀ ਲੋਕਾਂ 'ਤੇ ਲਾਗੂ ਕੀਤਾ। ਅਗਰ ਮੇਰੇ ਲੋਕ ਜੋ ਮੇਰੇ ਨਾਮ ਨਾਲ ਬੁਲਾਏ ਗਏ ਨੇ ਤੌਬਾ ਕਰਨਗੇ, ਪ੍ਰਾਰਥਨਾ ਕਰਨਗੇ ਅਤੇ ਮੈਨੂੰ ਲੱਭਣਗੇ ਅਤੇ ਆਪਣੇ ਬੁਰਿਆਂ ਕੰਮਾਂ ਤੋਂ ਮੁੜਨਗੇ। ਇੱਥੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਪ੍ਰਾਰਥਨਾ ਨਾਲ ਜੁੜੀਆਂ ਹੋਈਆਂ ਨੇ। ਅਗਰ ਤੁਸੀਂ ਇਹ ਕਰੋਗੇ ਤਾਂ ਤੁਸੀਂ ਆਪਣੀ ਪ੍ਰਾਰਥਨਾ ਦਾ ਇਸਤੇਮਾਲ ਕਰੋਗੇ। ਤਦ ਮੈਂ ਆਵਾਂਗਾ ਅਤੇ ਮੈਂ ਉਹ ਕਰਾਂਗਾ ਜੋ ਮੈਂ ਕਰ ਸਕਦਾ। ਤੁਸੀਂ ਉਹ ਕਰੋ ਜੋ ਤੁਸੀਂ ਕਰਨਾ ਚਾਹੁੰਦੇ ਹੋ, ਮੈਂ ਉਹ ਕਰਾਂਗਾ ਜੋ ਮੈਂ ਕਰਨਾ ਚਾਹੁੰਦਾ ਹਾਂ। ਅਤੇ ਇਹ ਸਿਧਾਂਤ ਮੈਂ ਵਿਸ਼ਵਾਸ ਕਰਦਾ ਜਿਹੜਾ ਹਜ਼ਾਰਾਂ ਸਾਲਾਂ ਤੋਂ ਅਤੇ ਹੁਣ ਵੀ ਪ੍ਰਭਾਵਸ਼ਾਲੀ ਹੈ, ਉਹ ਅੱਜ ਵੀ ਹੈ। ਅਗਰ ਅਸੀਂ ਇੱਕ ਹੋਰ ਵੱਡੀ ਜਾਗਰਤੀ ਨੂੰ ਵੇਖਣਾ ਚਾਹੁੰਦੇ ਹਾਂ, ਜਿਵੇਂ ਤੁਸੀਂ ਕਹਿੰਦੇ ਹੋ, ਮੈਂ ਵੀ ਇਸ ਗੱਲ 'ਤੇ ਵਿਸ਼ਵਾਸ ਕਰਦਾ। ਘੱਟੋ ਘੱਟ ਇੱਕ ਹੋਰ ਜਾਗਰਤੀ, ਲੋਕਾਂ ਦਾ ਇਕੱਠੇ ਹੋਣਾ ਅਤੇ ਪਰਮੇਸ਼ਵਰ ਦੇ ਲੋਕਾਂ ਵਿੱਚ ਜਾਗਰਤੀ, ਪਵਿੱਤਰ ਆਤਮਾ ਦੀ ਸਾਮਰਥ ਨੂੰ ਪਾਉਣਾ ਅਤੇ ਇੱਕ ਹੋਰ ਨਵਾਂ ਪ੍ਰਕਾਸ਼ਨ ਮਸੀਹ ਦੇ ਬਾਰੇ। ਉਹ ਹਲੇ ਆਵੇਗਾ ਕਿਉਂਕਿ ਅਸੀਂ ਉਹ ਲੋਕ ਹਾਂ ਜਿਨ੍ਹਾਂ ਨੇ ਪ੍ਰਾਰਥਨਾ ਨੂੰ ਸਹੀ ਢੰਗ ਦੇ ਨਾਲ ਕਰ ਰਹੇ ਹਾਂ। ਅੰਗੀਕਾਰ ਕੀਤਾ, ਤੌਬਾ ਕੀਤੀ, ਰੋਏ ਅਤੇ ਆਪਣੇ ਆਪ ਨੂੰ ਦੇਣ ਕੀਤਾ। ਉਹਦੇ ਸਾਹਮਣੇ ਗਏ ਅਤੇ ਉਹਨੂੰ ਕਿਹਾ, ਪ੍ਰਭੂ ਤੂੰ ਜੋ ਕਰਨਾ ਚਾਹੁੰਦਾ ਸਾਡੀ ਜ਼ਿੰਦਗੀ 'ਚ ਕਰ। ਤੁਸੀਂ ਜਾਣਦੇ ਹੋ ਕਿ ਮੈਂ ਗਲਤ ਨਹੀਂ ਨਜ਼ਰ ਆਉਣਾ ਚਾਹੁੰਦਾ, ਪਰ ਜੋ ਅਸੀਂ ਕਰ ਰਹੇ ਹਾਂ ਇਸ ਦਾ ਇੱਕ ਹਿੱਸਾ ਹੈ ਕਿ ਈਰਾਨ ਦੇ ਵਿੱਚ ਹਜ਼ਾਰਾਂ ਲੱਖਾਂ ਲੋਕ ਉਹ ਇਸ ਨੂੰ ਵੇਖ ਰਹੇ ਨੇ ਅਤੇ ਰਮਾਨੀਆਂ 'ਚ ਲੋਕ ਇਸ ਨੂੰ ਵੇਖ ਰਹੇ ਨੇ, ਅਤੇ ਪਰਮੇਸ਼ਵਰ ਤੁਹਾਡੇ ਦਿਲਾਂ ਨੂੰ ਵੇਖ ਰਿਹਾ ਹੈ ਕਿ ਤੁਸੀਂ ਪ੍ਰਾਰਥਨਾ ਦੇ ਲੋਕ ਬਣਨਾ ਚਾਹੁੰਦੇ ਹੋ। ਅਤੇ ਇਹੋ ਜਿਹੀਆਂ ਜਗ੍ਹਾਵਾਂ ਦੇ ਲੋਕ ਜਿਨ੍ਹਾਂ ਦੀ ਅਸੀਂ ਕਦੇ ਕਲਪਨਾ ਵੀ ਨਹੀਂ ਕੀਤੀ, ਉਹ ਪ੍ਰਾਰਥਨਾ ਕਰਨਾ ਸ਼ੁਰੂ ਕਰ ਰਹੇ ਨੇ। ਅਤੇ ਇਹ ਉਸ ਵੱਡੀ ਬੇਦਾਰੀ ਦਾ ਹਿੱਸਾ ਹੋ ਸਕਦਾ ਹੈ ਜਿਹਦੀ ਅਸੀਂ ਗੱਲ ਕਰ ਰਹੇ ਹਾਂ, ਕਿਉਂਕਿ ਪਰਮੇਸ਼ਵਰ ਲੋਕਾਂ ਦੇ ਦਿਲਾਂ ਨੂੰ ਹਿਲਾਉਣਾ ਸ਼ੁਰੂ ਕਰ ਦਿੰਦਾ ਹੈ ਕਿ ਉਹ ਪ੍ਰਾਰਥਨਾ ਕਰਨ।
ਅਤੇ ਲੋਕ ਕਹਿੰਦੇ ਨੇ ਆਓ ਅਸੀਂ ਪ੍ਰਾਰਥਨਾ ਕਰੀਏ, ਆਓ ਅਸੀਂ ਇਕੱਠੇ ਹੋ ਕੇ ਪ੍ਰਾਰਥਨਾ ਕਰੀਏ। ਤੇ ਇਹੀ ਤਾਂ ਅਸੀਂ ਪਿਛਲੇ ਕੁਝ ਸੈਸ਼ਨਾਂ ਤੋਂ ਇੱਥੇ ਕਰ ਰਹੇ ਹਾਂ ਕਿ ਲੋਕ ਪਰਮੇਸ਼ਵਰ ਨੂੰ ਲੱਭਣ, ਅਤੇ ਜਦੋਂ ਪਰਮੇਸ਼ਵਰ ਲੋਕਾਂ ਦੇ ਦਿਲਾਂ 'ਚ ਕੰਮ ਕਰਦਾ ਹੈ ਅਤੇ ਉਹਨਾਂ 'ਚ ਚਾਹਤ ਪਾਉਂਦਾ ਹੈ ਕਿ ਲੋਕ ਉਸ ਨੂੰ ਮਿਲਣ, ਉਹਦੇ ਚਿਹਰੇ ਦੇ ਖੋਜੀ ਹੋਣ, ਆਪਣੇ ਬੁਰੇ ਰਾਹਾਂ ਤੋਂ ਮੁੜਨ। ਅਤੇ ਇਹ ਵੀ ਇੱਕ ਹਿੱਸਾ ਹੋ ਸਕਦਾ ਹੈ ਉਹ ਲੋਕ ਜਿਹੜੇ ਐਪ ਦੇ ਦੁਆਰਾ ਇਹ ਸੁਣ ਰਹੇ ਨੇ, ਅਤੇ ਪਰਮੇਸ਼ਵਰ ਉੱਥੇ ਕੁਝ ਕਰ ਸਕਦਾ ਹੈ ਤੇ ਤੁਹਾਡੇ ਦਿਲਾਂ ਦੇ ਵਿੱਚ, ਤੁਹਾਡੇ ਘਰਾਂ ਦੀ ਇਕੱਲੇਪਨ, ਇਸ ਵੀਡੀਓ ਨੂੰ ਵੇਖਦੇ ਹੋਏ ਪਰਮੇਸ਼ਵਰ ਤੁਹਾਡੇ ਦਿਲਾਂ ਨੂੰ ਹਿਲਾ ਰਿਹਾ ਹੈ ਕਿ ਤੁਸੀਂ ਪ੍ਰਾਰਥਨਾ ਕਰੋ। ਤੁਸੀਂ ਜਾਣਦੇ ਹੋ ਇਹ ਜ਼ਰੂਰੀ ਹੈ ਜੋ ਸਭ ਇਸ ਨੂੰ ਵੇਖ ਰਹੇ ਨੇ, ਇਸ ਗੱਲ ਨੂੰ ਸਮਝੋ ਕਿ ਇਹ ਤੁਹਾਡੇ ਦੁਆਰਾ ਨਹੀਂ ਹੈ, ਪਰ ਫਿਰ ਵੀ ਪਰਮੇਸ਼ਵਰ ਤੁਹਾਡੇ ਬਿਨਾਂ ਇਸ ਕੰਮ ਨੂੰ ਨਹੀਂ ਕਰੇਗਾ। ਇੱਕ ਬਹੁਤ ਹੀ ਅਨੋਖਾ ਵਿਚਾਰ ਹੈ, ਇੱਕ ਬਹੁਤ ਹੀ ਅਨੋਖੀ ਗੱਲ ਹੈ। ਪਰਮੇਸ਼ਵਰ ਸਾਡੀਆਂ ਪ੍ਰਾਰਥਨਾਵਾਂ ਦਾ ਇੰਤਜ਼ਾਰ ਕਰੇਗਾ। ਇਸ ਸੱਚਾਈ ਨੂੰ ਸਾਹਮਣੇ ਰੱਖਦੇ ਹੋਏ ਮੈਂ ਬਿਨਾਂ ਸ਼ਬਦਾਂ ਦੇ ਹੋ ਜਾਣਾ ਹਾਂ, ਫਿਰ ਵੀ ਅਸੀਂ ਆਪਣੇ ਆਪ ਨੂੰ ਵੇਖ ਕੇ ਕਹਿੰਦੇ ਹਾਂ ਮੈਂ ਇਕੱਲਾ ਵਿਅਕਤੀ ਹਾਂ, ਮੇਰਾ ਤਾਂ ਛੋਟਾ ਜਿਹਾ ਪਰਿਵਾਰ ਹੈ, ਮੈਂ ਤਾਂ ਪਿੰਡ 'ਚ ਰਹਿੰਦਾ, ਅਸੀਂ ਇੱਥੇ ਰਹਿੰਦੇ ਹਾਂ, ਅਤੇ ਮੈਂ ਕਿਵੇਂ ਇਹ ਸਾਰੀਆਂ ਚੀਜ਼ਾਂ ਨੂੰ ਬਦਲ ਸਕਦਾ ਹਾਂ। ਇੱਕ ਵਾਰ ਫਿਰ ਤੁਸੀਂ ਨਹੀਂ ਜੋ ਇਹਨਾਂ ਚੀਜ਼ਾਂ ਨੂੰ ਬਦਲ ਰਹੇ ਹੋ। ਜੋ ਤੁਸੀਂ ਕਰ ਰਹੇ ਹੋ ਉਸ ਵਰਦਾਨ ਦੇ ਦੁਆਰਾ ਕਰ ਰਹੇ ਹੋ ਜੋ ਪ੍ਰਭੂ ਨੇ ਤੁਹਾਨੂੰ ਦਿੱਤਾ ਹੈ। ਉਹ ਹੈ ਹਲੀਮੀ ਨਾਲ ਪ੍ਰਭੂ ਦੇ ਸਾਹਮਣੇ ਆਉਣਾ ਅਤੇ ਕਹਿਣਾ ਪ੍ਰਭੂ ਸਾਨੂੰ ਤੇਰੀ ਲੋੜ ਹੈ, ਮੈਨੂੰ ਤੇਰੀ ਲੋੜ ਹੈ, ਮੈਨੂੰ ਤੇਰੀ ਬੇਦਾਰੀ ਦੀ ਲੋੜ ਹੈ, ਮੇਰੇ ਪਰਿਵਾਰ ਨੂੰ ਤੇਰੀ ਬੇਦਾਰੀ ਦੀ ਲੋੜ ਹੈ, ਸਾਡੇ ਦੇਸ਼ ਨੂੰ ਬੇਦਾਰੀ ਦੀ ਲੋੜ ਹੈ, ਦੁਨੀਆ ਨੂੰ ਬੇਦਾਰੀ ਦੀ ਲੋੜ ਹੈ। ਅਸੀਂ ਇਸ ਨੂੰ ਨਿਰਧਾਰਿਤ ਨਹੀਂ ਕਰ ਸਕਦੇ, ਅਸੀਂ ਇਸ ਨੂੰ ਆਪਣੇ ਕੈਲੰਡਰਾਂ 'ਚ ਨਹੀਂ ਪਾ ਸਕਦੇ, ਅਸੀਂ ਫੰਡ ਇਕੱਠੇ ਨਹੀਂ ਕਰ ਸਕਦੇ। ਅਸੀਂ ਪ੍ਰਭੂ ਉਹੀ ਕਰ ਸਕਦੇ ਹਾਂ ਜੋ ਅਸੀਂ ਹੁਣ ਕਰ ਰਹੇ ਹਾਂ। ਸਿਰਫ ਮੈਂ ਪ੍ਰਾਰਥਨਾ ਕਰਦਾ। ਅਤੇ ਵੇਖੋ ਇੱਕ ਗੱਲ ਜੋ ਬਾਈਬਲ ਕਹਿੰਦੀ ਏ ਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ, ਤੇ ਬਾਈਬਲ ਇਹ ਵੀ ਦੱਸਦੀ ਏ ਕਿ ਛੋਟੀਆਂ ਗੱਲਾਂ ਨੂੰ, ਸ਼ੁਰੂਆਤਾਂ ਨੂੰ ਤੁੱਛ ਨਾ ਜਾਣੋ, ਕਿਉਂਕਿ ਬਦਾਰੀਆਂ ਛੋਟੀਆਂ ਥਾਵਾਂ ਤੇ ਸ਼ੁਰੂ ਹੋਈਆਂ ਅਤੇ ਛੋਟੇ ਪਿੰਡਾਂ 'ਚ, ਛੋਟੇ ਸਮਾਜਾਂ ਦੇ ਵਿੱਚ, ਤੇ ਕਈ ਵਾਰ ਤੇ ਬਹੁਤ ਹੀ ਆਮ ਥਾਵਾਂ ਤੇ, ਅਤੇ ਉਹ ਫੈਲੀਆਂ ਤੇ ਪੂਰੇ ਦੇਸ਼ਾਂ ਤੱਕ ਫੈਲ ਗਈਆਂ। ਤੁਸੀਂ ਪਰਮੇਸ਼ਵਰ ਦੇ ਵਾਸਤੇ ਮਹੱਤਵਪੂਰਨ ਹੋ। ਇਸ ਗੱਲ ਬਾਰੇ, ਮਰੀਅਮ ਦੇ ਬਾਰੇ ਸੋਚੋ। ਇੱਕ ਛੋਟੀ ਜੀ ਕੁੜੀ, ਇੱਕ ਔਰਤ ਜੋ ਕਿ ਇਜ਼ਰਾਈਲ ਦੇ ਇੱਕ ਛੋਟੇ ਜਿਹੇ ਕਸਬੇ ਤੋਂ, ਅਤੇ ਪਰਮੇਸ਼ਵਰ ਨੇ ਉਹਨੂੰ ਕਿਹਾ ਮੈਂ ਤੈਨੂੰ ਵਰਤਾਂਗਾ। ਪਰਮੇਸ਼ਵਰ ਅਕਸਰ ਹੀ ਬੇਦਾਰੀਆਂ ਦਾ ਜਨਮ ਆਮ ਜੇ ਲੋਕਾਂ ਦੇ ਦੁਆਰਾ ਕਰਦਾ ਜੋ ਕਿ ਨੀਵੇਂ ਜੇ ਨੇ, ਹਲੀਮ ਨੇ। ਕੀ ਇਹ ਰੌਚਿਕ ਨਹੀਂ ਹੈ? ਤੁਸੀਂ ਮਰੀਅਮ ਦੀ ਉਦਾਹਰਨ ਨੂੰ ਇਸਤੇਮਾਲ ਕੀਤਾ। ਉਹ ਗਲੀਲ ਦੇ ਵਿੱਚੋਂ ਇੱਕ ਔਰਤ ਸੀ, ਅਤੇ ਜਦੋਂ ਇਹ ਚੱਲ ਰਿਹਾ ਸੀ ਤੇ ਇੱਕ ਬਜ਼ੁਰਗ ਜੋੜਾ ਸੀ, ਐਨਾ ਤੇ ਸ਼ਮੌਨ, ਉਹ ਬਜ਼ੁਰਗ ਸਨ। ਉਹ ਰਾਤ ਦਿਨ ਪਰਮੇਸ਼ਵਰ ਦੀ ਦੁਹਾਈ ਦੇ ਰਹੇ ਸਨ। ਪਰਮੇਸ਼ਵਰ ਮੰਦਰ ਵਿੱਚ ਇਸ ਬਜ਼ੁਰਗ ਜੋੜੇ ਨੂੰ ਅਤੇ ਇਸ ਔਰਤ ਨੂੰ ਇਸਤੇਮਾਲ ਕਰਦਾ ਹੈ, ਅਤੇ ਇਕੱਠੀਆਂ ਉਹਨਾਂ ਦੀਆਂ ਪ੍ਰਾਰਥਨਾਵਾਂ ਪਹੁੰਚਦੀਆਂ ਨੇ ਮਸੀਹਾ ਲਈ। ਸੋਚੋ ਪਰਮੇਸ਼ਵਰ ਕੀ ਕਰ ਸਕਦਾ ਹੈ ਹਰ ਵਿਅਕਤੀ ਦੀ ਪ੍ਰਾਰਥਨਾ ਦੁਆਰਾ, ਜੋ ਇਸ ਨੂੰ ਵੇਖ ਰਿਹਾ ਹੈ ਅਤੇ ਜੋ ਇਸ ਨੂੰ ਸੁਣ ਰਿਹਾ ਹੈ। ਕੁਝ ਮਹੱਤਵਪੂਰਨ ਹੋ ਸਕਦਾ ਹੈ ਕਿਉਂਕਿ ਅਸੀਂ ਪ੍ਰਾਰਥਨਾ ਕਰਦੇ ਹਾਂ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ, ਉਤਸ਼ਾਹਿਤ ਕਰਦਾ ਵਾਂ, ਕਿਉਂਕਿ ਮੈਂ ਵੇਖਿਆ ਹੈ ਇੱਕ ਦੇਸ਼ 'ਚ ਪਰਮੇਸ਼ਰ ਦੀ ਮਹਿਮਾ ਨੂੰ। ਜਦੋਂ ਇੱਕ ਪਾਸਟਰ ਜਿਹਨਾਂ ਪਾਸਟਰ ਓਲੀਵੀਓ ਸੀਗਾ, ਉਹਨੇ ਰੋਮਾਨੀਆ ਦੇ ਲੋਕਾਂ ਨੂੰ ਪ੍ਰਾਰਥਨਾ ਕਰਨਾ ਸਿਖਾਇਆ, ਤੇ ਉਹਨਾਂ ਨੇ ਇਸ ਤਰ੍ਹਾਂ ਪ੍ਰਾਰਥਨਾ ਕੀਤੀ ਜਿਵੇਂ ਕਿਸੇ ਨੇ ਕਦੇ ਕਲਪਨਾ ਨਹੀਂ ਸੀ ਕੀਤੀ ਕਿ ਇਹ ਹੋ ਸਕਦਾ ਹੈ ਕਿ ਅਸੀਂ ਇੱਕ ਦਿਨ ਫੁੱਟਬਾਲ ਦੇ ਸਟੇਡੀਅਮ 'ਚ, ਰੇਡੀਓ ਤੇ ਟੈਲੀਵਿਜ਼ਨ ਦੇ ਉੱਤੇ ਪ੍ਰਚਾਰ ਕਰਾਂਗੇ। ਅਤੇ ਲੋਕਾਂ ਨੇ ਕਿਹਾ ਅਸੰਭਵ ਹੈ ਕਿਉਂਕਿ ਅਸੀਂ ਤਾਂ ਸਤਾਏ ਜਾਂਦੇ ਹਾਂ, ਪਰ ਪਰਮੇਸ਼ਰ ਨੇ ਇਹ ਹੋਣ ਦਿੱਤਾ। ਲੋਕਾਂ ਦੇ ਝੁੰਡ ਨੇ ਪ੍ਰਾਰਥਨਾ ਕੀਤੀ ਤੇ ਇੱਕ ਵੱਡਾ ਧਮਾਕਾ ਹੋ ਗਿਆ। ਅਤੇ ਅਗਲੇ ਦਿਨ ਨਹੀਂ ਹੋਇਆ, ਇਹ ਅਗਲੇ ਮਹੀਨੇ ਨਹੀਂ ਹੋਇਆ, ਅਗਲੇ ਸਾਲ ਨਹੀਂ ਹੋਇਆ, ਇਹ ਅਗਲੇ ਦਹਾਕੇ ਵੀ ਨਹੀਂ ਹੋਏ ਪਰ ਇਸ ਤੇ ਬਹੁਤ ਸਾਰੀ ਪ੍ਰਾਰਥਨਾ ਲੱਗੀ, ਪਰ ਇਹ ਹੋਇਆ। ਇਸ ਕਰਕੇ ਆਸ ਨਾ ਗਵਾਓ, ਪ੍ਰਾਰਥਨਾ ਕਰਦੇ ਰਹੋ ਕਿ ਯਿਸੂ ਮਸੀਹ ਦੀ ਮਹਿਮਾ, ਵੈਭਵ ਤੇ ਹਜ਼ੂਰੀ ਸਾਡੇ ਦੇਸ਼ ਨੂੰ ਛੂ ਲਵੇ, ਅਤੇ ਨਾ ਸਿਰਫ ਸਾਡੇ ਦੇਸ਼ ਨੂੰ, ਤੁਹਾਡੇ ਦੇਸ਼ ਨੂੰ ਤੇ ਤੁਹਾਡੇ ਪਰਿਵਾਰ ਨੂੰ ਵੀ।